ਹੈਲੋ ਪਿਆਰੇ ਬੱਚਿਓ, ਮੈਂ ਰਣਜੀਤ ਸਿੰਘ ਮੈਥ ਮਾਸਟਰ। ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਅਭਿਆਸ 4.2 ਦੇ ਕੁਝ ਸਵਾਲ ਲੈ ਕੇ ਆਇਆ ਹਾਂ। ਇਹਨਾਂ ਵਿੱਚ ਪਹਿਲਾ ਸਵਾਲ ਦੇਖਦੇ ਹਾਂ। ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ ਜਿਹੜਾ ਹੈ ਉਹ 27 ਹੋਵੇ ਅਤੇ ਉਹਨਾਂ ਦਾ ਗੁਣਨਫਲ ਜਿਹੜਾ ਹੈ ਉਹ 182 ਹੋਵੇ। ਹੁਣ ਅਸੀਂ ਇਹਨਾਂ ਸੰਖਿਆਵਾਂ ਨੂੰ ਲੱਭਣਾ ਹੈ ਵੀ ਉਹ ਸੰਖਿਆਵਾਂ ਕਿਹੜੀਆਂ ਹਨ। ਮੈਂ ਇਹ ਸਵਾਲ ਰਾਈਟ ਸਾਈਡ ਤੋਂ ਸ਼ੁਰੂ ਕਰਦਾ ਹਾਂ ਤਾਂ ਕਿ ਜਦੋਂ ਮੈਂ ਇਸ ਸਵਾਲ ਨੂੰ ਅੱਗੇ ਕਰਾਂ ਤਾਂ ਤੁਹਾਡੇ ਸਾਹਮਣੇ ਵੀ ਜਿਹੜਾ ਕੁਐਸਚਨ ਵਿਜ਼ੀਬਲ ਰਹੇ। ਤੇ ਮੰਨ ਲਓ ਇੱਕ ਸੰਖਿਆ ਜਾਂ ਪਹਿਲੀ ਸੰਖਿਆ, ਮੰਨ ਲਓ ਪਹਿਲੀ ਸੰਖਿਆ ਬਰਾਬਰ ਹੈ x। ਕੋਈ ਦੋ ਸੰਖਿਆਵਾਂ ਉਹਨਾਂ ਦੇ ਵਿੱਚੋਂ ਮੰਨ ਲਓ ਪਹਿਲੀ ਸੰਖਿਆ ਹੈਗੀ x, ਤਾਂ ਦੂਜੀ ਸੰਖਿਆ ਕਿੰਨੀ ਹੋਊਗੀ? ਕਿਉਂਕਿ ਦੋਨਾਂ ਦਾ ਜਿਹੜਾ ਜੋੜ ਹੈ ਉਹ 27 ਹੈ। ਜੇ ਮੈਂ ਤੁਹਾਨੂੰ ਕਹਾਂ ਵੀ ਕੋਈ ਸੰਖਿਆ ਇੱਕ ਹੈਗੀ 2 ਤੇ ਦੂਜੀ ਸੰਖਿਆ ਪਤਾ ਕਰੋ ਤਾਂ ਕਿ ਇਹਨਾਂ ਦਾ ਜੋੜ ਜਿਹੜਾ ਹੈ 10 ਹੋਵੇ, ਤਾਂ ਦੂਜੀ ਸੰਖਿਆ ਸਾਡੇ ਦਿਮਾਗ 'ਚ ਆ ਜਾਂਦੀ 8। ਪਰ ਇਹ 8 ਆਇਆ ਕਿਸ ਤਰ੍ਹਾਂ ਆਇਆ ਹੈ? ਕਿਉਂਕਿ ਜਿਹੜਾ ਜੋੜ ਹੈ ਉਹ 10 ਹੈ ਤੇ 10 ਦੇ ਵਿੱਚੋਂ ਜਿਹੜੀ ਪਹਿਲੀ ਸੰਖਿਆ ਉਹ ਅਸੀਂ ਘਟਾ ਦਿੱਤੀ ਹੈ, ਤਾਂ ਸਾਡੇ ਕੋਲ ਦੂਜੀ ਸੰਖਿਆ ਆ ਗਈ ਹੈ। ਇਸੇ ਤਰ੍ਹਾਂ ਹੁਣ ਸਾਡੇ ਕੋਲ ਜਿਹੜਾ ਜੋੜ ਹੈ ਉਹ ਹੈਗਾ 27, ਉਹਨਾਂ ਵਿੱਚੋਂ ਪਹਿਲੀ ਸੰਖਿਆ ਹੈਗੀ x, ਇਸ ਲਈ ਦੂਜੀ ਸੰਖਿਆ ਜਿਹੜੀ ਹੈ ਉਹ ਕਿੰਨੀ ਹੋਵੇਗੀ? ਜੋੜ ਦੇ ਵਿੱਚੋਂ ਪਹਿਲੀ ਸੰਖਿਆ ਘਟਾ ਦੇਣੀ x 27 - x, ਤਾਂ ਇਹ ਦੂਜੀ ਸੰਖਿਆ ਆ ਗਈ ਹੈ। ਤੇ ਹੁਣ ਕਿਆ ਹੈ ਅੱਗੇ? ਗੁਣਨਫਲ 182 ਹੈ। ਇਹਨਾਂ ਦੋਨਾਂ ਦਾ ਗੁਣਨਫਲ ਜਿਹੜਾ ਹੈ ਉਹ 182 ਹੈ। ਤੇ ਫਿਰ ਅਸੀਂ ਲਿਖਾਂਗੇ ਪ੍ਰਸ਼ਨ ਅਨੁਸਾਰ ਜਾਂ ਸ਼ਾਰਟ ਦੇ ਵਿੱਚ ਲਿਖ ਦਿੰਦੇ ATQ ਅਕੋਰਡਿੰਗ ਟੂ ਕੁਐਸਚਨ। ਪ੍ਰਸ਼ਨ ਦੇ ਅਨੁਸਾਰ ਕਿਆ ਹੈ ਕਿ ਪਹਿਲੀ ਸੰਖਿਆ ਨੂੰ ਜੇਕਰ ਅਸੀਂ ਦੂਜੀ ਸੰਖਿਆ ਦੇ ਨਾਲ ਗੁਣਾ ਕਰ ਦਈਏ, ਇੱਥੇ ਦੂਜੀ ਸੰਖਿਆ ਨੂੰ ਬ੍ਰੈਕਟ ਵਿੱਚ ਲਿਖਣਾ, ਗੁਣਾ ਦਾ ਨਿਸ਼ਾਨ ਚਾਹੇ ਪਾ ਦਈਏ ਚਾਹੇ ਨਾ ਪਾਈਏ, ਕਿਉਂਕਿ ਬ੍ਰੈਕਟ ਦੇ ਨਾਲ ਜੇ ਬਾਹਰਲਾ ਜਿਹੜਾ ਅੰਕ ਹੁੰਦਾ ਉਹ ਹਮੇਸ਼ਾ ਗੁਣਾ ਹੁੰਦੀ ਹੈ। ਤੇ ਦੋਨਾਂ ਦਾ ਜਿਹੜਾ ਗੁਣਨਫਲ ਹੈ ਉਹ ਕਿੰਨਾ ਹੈ? 182। ਦੋਨਾਂ ਦਾ ਗੁਣਨਫਲ 182 ਹੈ। ਇੱਕ ਹੁਣ ਇਹਨੂੰ ਅਸੀਂ ਸੋਲਵ ਕਰਕੇ ਇਹਦੀ ਦੋ ਘਾਤੀ ਸਮੀਕਰਨ ਬਣਾਵਾਂਗੇ। ਤੇ x ਨੂੰ ਜੇ ਅਸੀਂ ਆਹ ਬ੍ਰੈਕਟ ਨੂੰ ਖੋਲੀਏ, x ਨੂੰ 27 ਨਾਲ ਮਲਟੀਪਲਾਈ ਕੀਤਾ ਤਾਂ ਇਹ ਬਣ ਗਿਆ 27x, ਤੇ ਫਿਰ x ਨੂੰ -x ਨਾਲ ਮਲਟੀਪਲਾਈ ਕੀਤਾ ਇਹ ਬਣ ਗਿਆ -x ਦਾ ਸਕੁਅਰ। x ਨੂੰ ਦੋ ਵਾਰੀ ਯਾਨੀ ਕਿ ਗੁਣਾ ਹੋ ਗਈ ਆਪਸ ਦੇ ਵਿੱਚ, ਇਹਦਾ ਮਤਲਬ x ਸਕੁਅਰ ਬਣ ਗਿਆ = 182। ਤੇ ਹੁਣ ਅਸੀਂ ਇਹਦੀ ਦੋ ਘਾਤੀ ਸਮੀਕਰਨ ਦਾ ਜਿਹੜਾ ਸਟੈਂਡਰਡ ਰੂਪ ਹੁੰਦਾ ਹੈ ਉਹ ਬਣਾਉਣਾ ਹੈ। ਸਟੈਂਡਰਡ ਰੂਪ ਕਿਆ ਹੁੰਦਾ ਹੈ ਇਹਦਾ? ax² + bx + c = 0। ਉਹਦੇ ਵਾਸਤੇ ਅਸੀਂ ਹੁਣ ਜਿਹੜੀਆਂ ਸੰਖਿਆਵਾਂ ਹਨ, ਕਿਉਂਕਿ ਇੱਧਰ x² ਮਾਈਨਸ ਦਾ ਹੈ, ਜੇ ਇਹਨੂੰ ਦੂਜੀ ਸਾਈਡ ਲੈ ਜਾਈਏ ਰਾਈਟ ਸਾਈਡ ਤੇ ਤਾਂ ਉਹ ਕਿਆ ਬਣ ਜਾਵੇਗਾ? ਪਲੱਸ ਦਾ ਬਣ ਜਾਵੇਗਾ। ਤੇ ਇਕੁਅਲ ਦਾ ਸਾਈਨ ਮੈਂ ਇਸੇ ਤਰ੍ਹਾਂ ਲਿਖਿਆ, ਰਾਈਟ ਸਾਈਡ ਤੇ ਜੋ ਪਹਿਲਾ ਹੈ ਉਹ ਹੈਗਾ 182 ਤੇ ਇਹ ਦੋਵੇਂ ਦੂਜੇ ਪਾਸੇ ਲੈ ਜਾਣੇ ਹਨ। ਅਸੀਂ -x² ਨੂੰ ਜੇ ਦੂਜੇ ਪਾਸੇ ਲੈ ਜਾਈਏ ਉਹ ਪਲੱਸ ਦਾ x² ਬਣ ਗਿਆ ਹੈ, ਤੇ 27 ਨੂੰ ਜੇ ਅਸੀਂ ਦੂਜੇ ਪਾਸੇ ਲੈ ਜਾਈਏ ਇੱਧਰ ਮਾਈਨਸ ਦੇ ਹਨ ਤੇ ਇੱਧਰ ਪਲੱਸ ਦੇ ਹਨ, ਤੇ ਉੱਧਰ ਜਾ ਕੇ ਇਹ 27 ਜਾਦੇ ਮਾਈਨਸ ਦੇ ਬਣ ਜਾਣਗੇ 27x। ਤੇ ਇੱਧਰ ਕਿਆ ਬਚਿਆ ਹੈ? 0। ਹਲੇ ਵੀ ਇਹ ਪੂਰਾ ਸਟੈਂਡਰਡ ਰੂਪ ਨਹੀਂ ਹੈ, ਇਸ ਕਰਕੇ ਅਸੀਂ ਸਾਰਾ ਪਾਸਾ ਜਿਹੜਾ ਹੈ ਇਹਦੇ ਦੋਨੇ ਪਾਸੇ ਅਸੀਂ ਘੁਮਾ ਦੇਵਾਂਗੇ। ਉਹਦੇ ਨਾਲ ਸਾਈਨ ਨਹੀਂ ਚੇਂਜ ਹੁੰਦੇ। ਦੋਨੇ ਸਾਈਡ ਨੂੰ, ਰਾਈਟ ਸਾਈਡ ਨੂੰ ਲੈਫਟ ਤੇ ਲਿਖਤਾ, ਲੈਫਟ ਨੂੰ ਰਾਈਟ ਤੇ ਲਿਖ ਦਿੱਤਾ, ਤਾਂ ਇਹਦੇ ਨਾਲ ਉਹਦੇ ਸਾਈਨਾਂ ਦੇ ਵਿੱਚ ਨਹੀਂ ਕੋਈ ਚੇਂਜ ਆਣੀ। ਤੇ ਫਿਰ ਅਸੀਂ ਸਟੈਂਡਰਡ ਰੂਪ ਦੀ ਤਰ੍ਹਾਂ ਲਿਖਣਾ ਹੈ। ਪਹਿਲਾਂ x² ਵਾਲਾ ਲਿਖੂਗੇ ਤੇ ਉਹ ਬਣ ਗਿਆ ਹੈ x², ਤੇ ਫਿਰ x ਵਾਲਾ ਲਿਖਾਂਗੇ -27x, ਤੇ ਫਿਰ ਕੌਨਸਟੈਂਟ ਲਿਖਾਂਗੇ +182 = 0। ਸਾਈਡਾਂ ਹੀ ਚੇਂਜ ਕੀਤੀਆਂ, ਸਿਰਫ ਸਾਈਨ ਹੀ ਚੇਂਜ ਹੋਣੇ। ਤੇ ਇਹ ਜਿਹੜਾ ਹੈਗਾ ਹੁਣ ਦੋ ਘਾਤੀ ਸਮੀਕਰਨ ਦਾ ਸਟੈਂਡਰਡ ਰੂਪ ਹੈ, ਮਿਆਰੀ ਰੂਪ ਹੈ। ਤੇ ਫਿਰ ਅਸੀਂ A B C ਦੇਖਾਂਗੇ ਦੋ ਘਾਤੀ ਸਮੀਕਰਨ ਨੂੰ
स्टैंडर्ड रूप में तुलना करके इस समीकरण के मूल पता करने वास्ते या इस समीकरण का हल पता करने वास्ते इत्थे ਜਾਂ ਇੱਥੇ ਲਿਖ ਲੈਂਦੇ हैं ax² + bx + c = 0 ਨਾਲ तुलना ਕਰਨ ਤੇ ਜਾਂ ਕੰਪੇਅਰ ਕਰਨ ਤੇ ਫਿਰ ਸਾਡੇ ਕੋਲ a b ਤੇ c ਦੀਆਂ ਵੈਲਿਊਜ਼ ਅਸੀਂ ਦੇਖਣੀਆਂ ਹਨ। a ਕਿੰਨਾ ਹੈ x ਦੀ 2 ਉਹਦੇ ਨਾਲ ਜੋ ਲੱਗਿਆ ਹੈ वो a है, यानी कि इत्थे कुछ भी नहीं लगे का मतलब 1 है, 0 नहीं कहना। इत्थे भी बच्चे को बहुत भुलेखा लगता है, 0 नहीं है, इत्थे x² का गुणांक जिहड़ा है 1 है, क्योंकि 1 को मल्टीप्लाई करके वही आ जाता है। तो b हैगा -27 तो c हैगा 182। तो हुण तुहानूं पता है कि असी दो घाती फार्मूले दे नाल इसनूं सोल्व करांगे। तो पहला डिस्क्रिमिनेंट पता करांगे, d = b² - 4ac, ये वैल्यूज पुट कर दोगे। -27 दा स्क्वायर, b² -4 इंटू a कितना है 1 है, इंटू c कितना है 182 है। तो हुण असीं देखांगे 27 का जिहड़ा स्क्वायर है, 27 का स्क्वायर जो तुहानूं नहीं इदां आउंदा तो असीं गुणा करके देख सकते हैं। 1 5 1 6 ते 1 7, ਇਹਦਾ ਜਿਹੜਾ ਸਕੁਅਰ बन गया है वो प्लस में ही आ गया, क्योंकि 27 ਨੂੰ -27 ਨਾਲ ही मल्टीप्लाई किया तो प्लस में ही आएगा। 729 आ गया है। तो हुण आपां 182 ਨੂੰ 4 ਦੇ ਨਾਲ मल्टीप्लाई करके देख लेंगे रफ साइड से, तो कितना आ गया है 728। तो -728, 729 चों 728 कढ़ा दिए तो कितना बन जाता है 1। इत्थे d जिहड़ा है, क्योंकि d > 0, इसलिए मूल जिहड़े है वो संभव हैं, वास्तविक हैं। तो हुण आपां इस दे मूल पता करांगे। मूल पता करने वास्ते दो घाती समीकरण का फार्मूला जिहड़ा है, यानी कि एक्स दे विच समीकरण है तो एक्स जिहड़ा होगा वो क्या होगा -b + -d दा √/2a। ये दो घाती फार्मूला है, ये असी वैल्यूज पुट कर देनियां हन। = माइनस फार्मूले वाला है, लगना ही लगना है, तो नाल फिर 27 जिहड़े है वो भी माइनस दे हैं, इस करके दो बारी माइनस आ गया है। तो फिर प्लस माइनस ते √d, d कितना आया साढ़े को 1 आया है। तो सारे दे /2 × a भी साढ़े को कितना आया है 1 आया है। तो फिर असी 27 जिहड़े है माइनस दोवें जिहड़े मल्टीप्लाई हो गए प्लस ही बन गए, यानी कि 27 प्लस दे बन गए हैं। तो +1 का वर्गमूल, 1 का वर्गमूल जिहड़ा है √1 बनता वो भी 1 ही हुंदा है। तो /2 × 1 2। हुण इस तो बाद असीं दो पोर्शन बना लेने हैं, एक बारी प्लस लैके सोल्व करांगे तो दूजी बारी माइनस लैके सोल्व करांगे। तो जे असीं प्लस ले लीए तो x = 27 + 1/2, यानी कि 28/2। तो ये कट के कितना आ गया 14। तो इसलिए दूजा ले लीए असी तो 27 माइनस ले लिया, इतने हम असी 1/2, 26/2, यानी कि 13 आ गया है। हुण इसका मतलब जे असी एक्स नूं चाहे 14 ले लीए चाहे 13 ले लीए, इसलिए पहली संख्या, जे पहली संख्या 14 नूं ले लिया तो दूजी संख्या 13 आ जाएगी, जे 13 नूं ले लिया तो दूजी संख्या 14 आ जाएगी। पहली संख्या साढ़े को x असीं मान लो आ ले लिया 14, इसलिए दूजी संख्या दूजी संख्या है वो दूजी संख्या क्या है 27 - x, 27 - 14 बराबर है 13। इस करके दोवें साडियां वैल्यूज आ गई हैं, ये साडा आंसर है। हुण आपां 4.2 अभ्यास का ही 5वां क्वेश्चन लेंदे हाँ। एक समकोण त्रिभुज की उचाई इस दे आधार तो 7 सेंटीमीटर घट है। एक
ਲੰਬ ਕੋਣੀ ਤ੍ਰਿਭੁਜ ਕਿਹੜੀ ਹੁੰਦੀ ਹੈ? ਜਿਸ ਦਾ ਇੱਕ ਕੋਣ 90 ਡਿਗਰੀ ਹੋਵੇ। ਇੱਕ ਸਮਕੋਣੀ ਤ੍ਰਿਭੁਜ ਦੀ ਉਚਾਈ ਇਸ ਦੇ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ। ਜੇਕਰ ਕਰਣ 13 ਸੈਂਟੀਮੀਟਰ ਹੋਵੇ ਤਾਂ ਬਾਕੀ ਦੋ ਭੁਜਾਵਾਂ ਪਤਾ ਕਰੋ। ਕਰਣ ਕਿਸ ਨੂੰ ਕਹਿੰਦੇ ਹਨ? ਜਿਹੜੀ ਲੰਬ ਕੋਣੀ ਤਿਕੋਣ ਦੀ ਸਭ ਤੋਂ ਵੱਡੀ ਭੁਜਾ ਹੁੰਦੀ ਹੈ, ਜਾਂ 90 ਡਿਗਰੀ ਵਾਲੇ ਕੋਣ ਦੇ ਸਾਹਮਣੇ ਵਾਲੀ ਭੁਜਾ। ਹੁਣ ਇਸ ਸਵਾਲ ਨੂੰ ਸਮਝਣ ਦੇ ਲਈ ਪਹਿਲਾਂ ਆਪਾਂ ਇੱਕ ਤਿਕੋਣ ਬਣਾ ਲੈਂਦੇ ਹਾਂ, ਸਮਕੋਣੀ ਤਿਕੋਣ। ਤੇ ਸਮਕੋਣੀ ਤਿਕੋਣ ਆ ਇੱਕ ਬਣਾ ਲਈ ਹੈ। ਆ ਇਹਦਾ ਕੋਣ ਸਮਕੋਣ ਹੈ ਜਾਂ ਲੰਬ ਕੋਣ ਹੈ, ਤੇ ਇਹਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈ ਉਹ ਹੁੰਦੀ ਹੈ ਕਰਣ। ਹੁਣ ਜਦੋਂ ਅਸੀਂ ਇਸ ਸਵਾਲ ਨੂੰ ਹੱਲ ਕਰਨਾ, ਤੇ ਪਹਿਲਾਂ ਤਾਂ ਚੰਗੀ ਤਰ੍ਹਾਂ ਇਸ ਦੀ ਰਕਮ ਜਿਹੜੀ ਹੈ ਬਿਲਕੁਲ ਚੰਗੀ ਤਰ੍ਹਾਂ ਪੜ੍ਹ ਲੈਣੀ ਹੈ। ਇੱਕ ਸਮਕੋਣ ਤ੍ਰਿਭੁਜ ਦੀ ਉਚਾਈ ਇਸ ਦੇ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ, ਯਾਨੀ ਕਿ ਉਚਾਈ ਜਿਹੜੀ ਹੈ ਦੀ ਉਚਾਈ ਇਹਦੇ ਵਿੱਚ ਆ ਲੰਬ ਵੀ ਕਹਿ ਦਿੰਦੇ ਆ, ਇਹ ਉਚਾਈ ਹੈ। ਉਚਾਈ ਜਿਹੜੀ ਹੈ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ। ਆ ਜਿਹੜਾ ਆਧਾਰ ਹੈ, ਇਹ ਆਧਾਰ ਜਿਹੜਾ ਲੇਟਵਾਂ ਹੁੰਦਾ ਹੈ, ਧਰਤੀ ਦੇ ਪੈਰਲਲ ਹੁੰਦਾ ਹੈ ਜਾਂ ਥੱਲੇ ਲੱਗਿਆ ਹੁੰਦਾ ਹੈ, ਉਹਨੂੰ ਆਧਾਰ ਕਹਿ ਦਿੰਦੇ ਹਨ। ਤੇ ਆਧਾਰ ਦੇ ਤੋਂ ਜਿਹੜੀ ਇਹਦੀ ਉਚਾਈ ਹੈਗੀ ਉਹ 7 ਸੈਂਟੀਮੀਟਰ ਘੱਟ ਹੈ, ਯਾਨੀ ਕਿ ਆਧਾਰ ਜਿਹੜਾ ਹੈ ਇਹਦੇ ਉੱਪਰ ਡਿਪੈਂਡ ਕਰਦੀ ਹੈ ਇਸ ਦੀ ਉਚਾਈ। ਤੇ ਫਿਰ ਅਸੀਂ ਜਿਹਦੇ ਉੱਪਰ ਡਿਪੈਂਡ ਕਰਦੀ ਹੋਵੇ ਉਸ ਨੂੰ ਪਹਿਲਾਂ ਮੰਨਦੇ ਹਾਂ। ਮੰਨ ਲਓ ਇਸ ਦਾ ਆਧਾਰ, ਮੰਨ ਲਓ ਆਧਾਰ ਜਾਂ ਇਕੱਲਾ ਆਧਾਰ ਲਿਖ ਲਓ ਜਾਂ ਤਿਕੋਣ ਦਾ ਆਧਾਰ ਲੈ ਲਓ। ਆਧਾਰ ਮੰਨ ਲਿਆ ਸੀ x ਸੈਂਟੀਮੀਟਰ ਹੈ। ਮੰਨ ਲਓ ਆਧਾਰ ਜਿਹੜਾ ਹੈ x ਸੈਂਟੀਮੀਟਰ ਹੈ, ਤੇ ਫਿਰ ਇਸ ਲਈ ਇਸ ਦੀ ਉਚਾਈ ਜਾਂ ਲੰਬ ਕਹਿ ਦਈਏ, ਇੱਕੋ ਹੀ ਗੱਲ ਹੈ, ਉਚਾਈ। ਤੇ ਉਚਾਈ ਕਿੰਨੀ ਹੋਵੇਗੀ? ਆਧਾਰ ਤੋਂ 7 ਸੈਂਟੀਮੀਟਰ ਘੱਟ। ਆਧਾਰ x ਹੈ ਤੇ x ਦੇ ਨਾਲੋਂ 7 ਦੇ ਘੱਟ ਲੈਣੇ ਹੁਣ, ਤਾਂ x - 7, ਇਹਦਾ ਮਤਲਬ ਇਹਦੀ ਉਚਾਈ ਜਿਹੜੀ ਹੈ ਜਾਂ ਲੰਬ ਹੈ ਉਹ x - 7 ਸੈਂਟੀਮੀਟਰ ਹੈ। ਤੇ ਫਿਰ ਜੇਕਰ ਕਰਣ 13 ਸੈਂਟੀਮੀਟਰ ਹੋਵੇ, ਜੇਕਰ ਇਸ ਦਾ ਕਰਣ ਜਿਹੜਾ ਹੈ ਉਹ ਸਾਨੂੰ ਦਿੱਤਾ ਹੀ ਹੋਇਆ ਹੈ, ਕਰਣ ਕਿੰਨਾ ਹੈ? 13 ਸੈਂਟੀਮੀਟਰ। ਕਰਣ ਜਿਹੜਾ ਹੈ ਇਹਨਾਂ ਦੋਨਾਂ ਤੋਂ ਉੱਪਰ ਨਿਰਭਰ ਨਹੀਂ ਕਰਦਾ, ਉਹ ਸਿੱਧੇ ਹੀ ਇਹਦੀ ਲੰਬਾਈ ਦਿੱਤੀ ਹੋਈ ਹੈ 13 ਸੈਂਟੀਮੀਟਰ। ਤੇ ਫਿਰ ਹੁਣ ਅਸੀਂ ਇਹਦੀਆਂ ਭੁਜਾਵਾਂ ਪਤਾ ਕਰਨੀਆਂ। ਕਰਣ ਤਾਂ 13 ਸੈਂਟੀਮੀਟਰ, ਬਾਕੀ ਦੋ ਭੁਜਾਵਾਂ ਜਿਹੜੀਆਂ ਹੈ ਕਿੰਨੇ ਕਿੰਨੇ ਸੈਂਟੀਮੀਟਰ ਲੰਬੀਆਂ ਹਨ, ਇਹ ਪਤਾ ਕਰਨਾ ਹੈ। ਤੇ ਸਾਨੂੰ ਇਹ ਪਤਾ ਹੈ ਕਿ ਕੋਈ ਵੀ ਲੰਬ ਕੋਣੀ ਤਿਕੋਣ ਹੋਵੇ ਤਾਂ ਉਸ ਦੀਆਂ ਭੁਜਾਵਾਂ ਜਿਹੜੀਆਂ ਹੁੰਦੀਆਂ ਉਹ ਇੱਕ ਦੂਜੇ ਦੇ ਨਾਲ ਇੱਕ ਰੂਲ ਦੇ ਨਾਲ ਜੁੜੀਆਂ ਹੁੰਦੀਆਂ ਹਨ। ਉਹ ਰੂਲ ਹੈ ਪਾਇਥਾਗੋਰਸ ਰੂਲ, ਪਾਇਥਾਗੋਰਸ ਸਿਧਾਂਤ। ਉਸ ਸਿਧਾਂਤ ਦੇ ਨਾਲ ਕੋਈ ਵੀ ਲੰਬ ਕੋਣੀ ਤਿਕੋਣ ਹੋਵੇ ਉਸ ਦੀਆਂ ਭੁਜਾਵਾਂ ਉਸੇ ਸਿਧਾਂਤ ਦੇ ਨਾਲ ਜੁੜੀਆਂ ਹੁੰਦੀਆਂ ਹਨ। ਫਿਰ ਅਸੀਂ ਲਿਖਾਂਗੇ ਪਾਇਥਾਗੋਰਸ ਸਿਧਾਂਤ ਅਨੁਸਾਰ, ਪਾਇਥਾਗੋਰਸ ਸਿਧਾਂਤ ਅਨੁਸਾਰ। ਪਾਇਥਾਗੋਰਸ ਸਿਧਾਂਤ ਕੀ ਹੁੰਦਾ? ਪਹਿਲਾਂ ਉਹੀ ਲਿਖ ਲੈਂਦੇ। ਉਹ ਹੁੰਦਾ ਹੈ ਕਰਣ ਦਾ ਵਰਗ। ਕਿਸੇ ਵੀ ਲੰਬ ਕੋਣੀ ਤਿਕੋਣ ਦੇ ਵਿੱਚ ਕਰਣ ਦਾ ਜਿਹੜਾ ਵਰਗ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ ਲੰਬ ਦਾ ਵਰਗ ਪਲੱਸ ਆਧਾਰ ਦਾ ਵਰਗ। ਇਹਨਾਂ ਦੋਨਾਂ ਦੇ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਜਿਹੜਾ ਹੁੰਦਾ ਹੈ ਕਰਣ ਦਾ ਵਰਗ ਹੁੰਦਾ ਹੈ। ਤੇ ਹੁਣ ਅਸੀਂ ਇਹਦੇ ਵਿੱਚ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਾਂਗੇ। ਕਰਣ ਕਿੰਨਾ ਹੈ? 13। 13 ਦਾ ਵਰਗ ਬਰਾਬਰ ਹੈ ਲੰਬ ਕਿੰਨਾ ਹੈ? x - 7, ਇਹਦਾ ਵਰਗ ਪਲੱਸ ਆਧਾਰ ਹੈ x ਦਾ ਵਰਗ। ਹੁਣ ਆ ਇੱਕ ਸਮੀਕਰਨ ਬਣ ਗਈ ਹੈ, ਇਸ ਨੂੰ ਅਸੀਂ ਸੋਲਵ ਕਰਕੇ ਇਸ ਦੀ ਦੋ ਘਾਤੀ ਸਮੀਕਰਨ ਬਣਾਵਾਂਗੇ। ਤੇ 13 ਦਾ ਵਰਗ ਜਿਹੜਾ ਹੈ ਉਹ ਪਤਾ ਹੈ ਸਾਨੂੰ ਕਿੰਨਾ ਹੁੰਦਾ ਹੈ? 169। ਜੇ ਨਹੀਂ ਪਤਾ ਤਾਂ ਸਾਈਡ ਤੇ ਗੁਣਾ ਕਰਕੇ ਵੀ ਦੇਖ ਸਕਦੇ ਹਾਂ। ਫਿਰ a - b ਦਾ ਸਕੁਅਰ, a - b ਦਾ ਜਿਹੜਾ ਹੋਲ ਸਕੁਅਰ ਹੁੰਦਾ ਉਹ ਪਤਾ ਹੈ ਕਿਆ ਹੁੰਦਾ? a ਸਕੁਅਰ - 2ab + b ਸਕੁਅਰ, ਜਾਂ a ਸਕੁਅਰ + b ਸਕੁਅਰ - 2ab, ਕੁਝ ਵੀ ਲੈ ਸਕਦੇ ਦੋਨਾਂ ਚੋਂ। ਤੇ ਫਿਰ ਇਹਨੂੰ ਸੋਲਵ ਕਰਾਂਗੇ। a ਸਕੁਅਰ ਮਤਲਬ ਪਹਿਲੇ ਦਾ ਸਕੁਅਰ ਹੋ ਗਿਆ, x ਦਾ ਸਕੁਅਰ x ਸਕੁਅਰ ਹੋ ਗਿਆ, -2 ਮਲਟੀਪਲਾਈ ਪਹਿਲਾ ਮਲਟੀਪਲਾਈ ਦੂਜਾ 2 × x × 7, ਤੇ ਪਲੱਸ b ਦਾ ਸਕੁਅਰ ਮਤਲਬ 7 ਦਾ ਸਕੁਅਰ। ਇਹ ਤਾਂ ਇਸ ਚੀਜ਼ ਨੂੰ ਸੋਲਵ ਕਰਕੇ ਆਇਆ ਹੈ। ਫਿਰ ਇਹ ਤੋਂ ਅੱਗੇ ਪਲੱਸ ਵੀ ਹੈ ਤੇ ਨਾਲ x ਸਕੁਅਰ ਵੀ ਹੈ। ਤੇ ਫਿਰ ਅੱਗੇ ਸੋਲਵ ਕਰਦੇ ਹਾਂ। 169 ਜਿਹੜਾ ਬਣ ਗਿਆ ਹੈ ਉਹ x ਸਕੁਅਰ, ਤੇ ਇਹਨੂੰ ਸੋਲਵ ਕਰਾਂਗੇ 7 × 2 = 14x -14x ਪਲੱਸ 7 ਦਾ ਸਕੁਅਰ ਕਿੰਨਾ ਹੁੰਦਾ ਹੈ? 49 ਹੁੰਦਾ ਹੈ, ਪਲੱਸ x ਸਕੁਅਰ।
ਤੇ x ਸਕੁਅਰ ਤੇ x ਸਕੁਅਰ ਇਕੁਅਲ ਟਰਮਸ ਹਨ, ਇਹ ਆਪਸ ਦੇ ਵਿੱਚ ਜੁੜ ਜਾਣਗੀਆਂ ਤੇ ਇਹਦਾ ਮਤਲਬ ਇਹ ਬਣ ਗਿਆ 169 ਬਰਾਬਰ ਹੈ 2x ਸਕੁਅਰ, ਕਿਉਂਕਿ ਇੱਕ ਇਹ ਹੈ ਤੇ ਇੱਕ ਇਹ ਹੈ, 2 ਬਣ ਗਿਆ ਹੈ, ਮਾਈਨਸ 14x ਪਲੱਸ 49। ਹੁਣ ਅਸੀਂ ਇਸ ਦਾ ਦੋ ਘਾਤੀ ਸਮੀਕਰਨ ਦਾ ਮਿਆਰੀ ਰੂਪ ਬਣਾਉਣਾ ਹੈ। ਮਿਆਰੀ ਰੂਪ ਦੇ ਵਿੱਚ ਪਤਾ ਹੈ ਤੁਹਾਨੂੰ ਕਿ ਪਹਿਲਾਂ x ਦੀ ਸਕੁਅਰ ਵਾਲਾ ਹੁੰਦਾ ਹੈ, ਫਿਰ x ਵਾਲਾ ਹੁੰਦਾ ਹੈ ਤੇ ਫਿਰ ਕਨਸਟੈਂਟ ਹੁੰਦਾ ਹੈ। ਤੇ ਆ ਜਿਹੜੇ 169 ਹਨ ਇਹਨਾਂ ਨੂੰ ਅਸੀਂ ਦੂਜੀ ਸਾਈਡ ਲੈ ਜਾਣਾ ਹੈ ਤੇ ਇੱਧਰ 0 ਬਣ ਗਿਆ ਤੇ ਇੱਧਰ ਹੈਗਾ 2x ਸਕੁਅਰ ਮਾਈਨਸ 14x ਪਲੱਸ 49 ਤੇ ਮਾਈਨਸ 169 ਤੇ ਇਹਨਾਂ ਦੋਨਾਂ ਨੂੰ ਹੱਲ ਕਰਕੇ ਵੀ ਕੁਝ ਆ ਜਾਣਾ ਹੈ। 0 ਬਰਾਬਰ ਹੈ 2x ਸਕੁਅਰ ਮਾਈਨਸ 14x ਤੇ ਇਹਦੇ ਵਿੱਚੋਂ ਇਹਨੂੰ ਘਟਾ ਦਈਏ, 9 ਦੇ ਵਿੱਚੋਂ 9 ਘਟਾਏ 0, 6 ਚੋਂ 4 ਕੱਢੇ 2 ਤੇ ਮਾਈਨਸ ਆ 1 ਆ ਗਿਆ ਤੇ ਇਹ ਜਿਹੜਾ ਹੈ ਓਵਰਆਲ ਸਾਈਨ ਕਿਹੜਾ ਆਉਣਾ ਹੈ ਕਿਉਂਕਿ ਬੜਾ ਜਿਹੜਾ ਹੈ ਮਾਈਨਸ ਦਾ, ਇਸ ਕਰਕੇ ਇਹ ਆ ਜਾਣਾ ਹੈ ਮਾਈਨਸ। ਹਾਲੇ ਵੀ ਇਸ ਦਾ ਦੋ ਘਾਤੀ ਸਮੀਕਰਨ ਦਾ ਮਿਆਰੀ ਰੂਪ ਨਹੀਂ ਬਣਿਆ ਕਿਉਂਕਿ ਮਿਆਰੀ ਰੂਪ ਦੇ ਵਿੱਚ 0 ਜਿਹੜਾ ਹੈ ਰਾਈਟ ਸਾਈਡ ਤੇ ਹੁੰਦਾ ਹੈ, ਇਸ ਲਈ ਹੁਣ ਇਸ ਦੇ ਅਸੀਂ ਸਾਈਡਸ ਚੇਂਜ ਜੇ ਕਰ ਦਈਏ ਤਾਂ ਇਹ ਬਣ ਜਾਵੇਗਾ 2x ਸਕੁਅਰ ਮਾਈਨਸ 14x ਮਾਈਨਸ 120 ਬਰਾਬਰ ਹੈ 0। ਇਹ ਹੁਣ ਦੋ ਘਾਤੀ ਸਮੀਕਰਨ ਬਣ ਗਈ ਹੈ। ਇਸ ਨੂੰ ਅਸੀਂ ਦੋ ਘਾਤੀ ਫਾਰਮੂਲੇ ਦੇ ਨਾਲ ਸੋਲਵ ਕਰਾਂਗੇ। ਹੁਣ ਇਸ ਸਮੀਕਰਨ ਨੂੰ ਜੇ ਅਸੀਂ ਧਿਆਨ ਦੇ ਨਾਲ ਦੇਖੀਏ ਤਾਂ x ਸਕੁਅਰ ਦੇ ਨਾਲ 2 ਲੱਗਿਆ ਹੈ, x ਦੇ ਨਾਲ 14 ਲੱਗਿਆ ਹੈ, ਕਨਸਟੈਂਟ 120 ਹੈ ਤੇ ਜਿਹੜੇ ਤਿੰਨੇ ਹੀ ਗੁਣਾਂਕ ਹਨ ਤੇ ਇਹ ਜਿਹੜੇ ਹਨ 2 ਦੇ ਨਾਲ ਡਿਵੀਜ਼ੀਬਲ ਹਨ, 2 ਦੇ ਨਾਲ ਸਾਰੇ ਡਿਵਾਈਡ ਹੋ ਜਾਂਦੇ ਹਨ। ਇਸ ਲਈ ਇਸ ਨੂੰ ਸਮੀਕਰਨ ਨੂੰ ਥੋੜਾ ਹੋਰ ਸੌਖਾ ਕਰ ਸਕਦੇ ਅਸੀਂ। ਇਸ ਨੂੰ ਜੇ ਅਸੀਂ ਇਸੇ ਤਰ੍ਹਾਂ ਹੱਲ ਕਰੀਏ ਤਾਂ ਵੀ ਕਰ ਸਕਦੇ, ਪਰ ਉਹਦੇ ਨਾਲ ਜਿਹੜੇ ਵੈਲਿਊਜ਼ ਹਨ ਉਹ ਥੋੜੇ ਵੱਡੀਆਂ ਹੋਣਗੇ, ਸਾਨੂੰ ਕੈਲਕੂਲੇਟ ਕਰਨ ਦੇ ਵਿੱਚ ਔਖਾ ਹੋਵੇਗਾ ਤੇ ਇਸ ਕਰਕੇ ਪੂਰੀ ਸਮੀਕਰਨ ਨੂੰ 2 ਦੇ ਨਾਲ ਡਿਵਾਈਡ ਕਰ ਦਈਏ ਜੀ। ਅਸੀਂ ਇਹ ਪੂਰੀ ਸਮੀਕਰਨ ਨੂੰ 2 ਦੇ ਨਾਲ ਡਿਵਾਈਡ ਕਰਨਾ ਹੈ ਤੇ ਹੁਣ ਜੇ ਪੂਰੀ ਸਮੀਕਰਨ ਨੂੰ 2 ਦੇ ਨਾਲ ਡਿਵਾਈਡ ਕਰਨ ਦਾ ਮਤਲਬ ਆ ਹਰੇਕ ਟਰਮ ਨੂੰ 2 ਦੇ ਨਾਲ ਡਿਵਾਈਡ ਕਰਨਾ। ਇਸ ਨੂੰ 2 ਨਾਲ ਡਿਵਾਈਡ ਕਰਨਾ, ਇਸ ਨੂੰ ਵੀ 2 ਨਾਲ ਕਰਨਾ ਤੇ ਇਸ ਨੂੰ ਵੀ 2 ਨਾਲ ਡਿਵਾਈਡ ਕਰਨਾ ਹੈ ਤੇ ਇਸ ਨੂੰ ਜੇ 2 ਦੇ ਨਾਲ ਡਿਵਾਈਡ ਕਰ ਦਈਏ 2x ਸਕੁਅਰ ਮਾਈਨਸ 14x ਮਾਈਨਸ 120 ਇਜ਼ ਇਕੁਅਲ ਟੂ 0। ਇਹਨੂੰ ਵੀ 2 ਨਾਲ ਡਿਵਾਈਡ ਕਰ ਦਿੱਤਾ, ਇਹਨੂੰ ਵੀ 2 ਨਾਲ ਡਿਵਾਈਡ ਕਰ ਦਿੱਤਾ, ਇਹਨੂੰ ਵੀ 2 ਨਾਲ ਡਿਵਾਈਡ ਕਰਤਾ, 0 ਨੂੰ ਵੀ 2 ਨਾਲ ਡਿਵਾਈਡ ਕਰ ਦਿੱਤਾ। ਤਾਂ ਸਾਨੂੰ ਪਤਾ ਹੈ ਕਿ ਕਿਸੇ ਵੀ ਅੰਕ ਨਾਲ ਸਮੀਕਰਨ ਦੇ ਦੋਨਾਂ ਪਾਸਿਆਂ ਨੂੰ ਡਿਵਾਈਡ ਕਰ ਦਈਏ ਚਾਹੇ ਗੁਣਾ ਕਰ ਦਈਏ ਤਾਂ ਉਸ ਸਮੀਕਰਨ ਦੇ ਓਵਰਆਲ ਵੈਲਿਊ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਉਹ ਸੇਮ ਹੀ ਰਹਿੰਦਾ ਹੈ। ਤੇ ਇੱਥੇ ਆ 2 ਦੇ ਨਾਲ 2 ਕੈਂਸਲ ਹੋ ਗਿਆ, ਆ 2 1 ਦਾ 2, 7 2 ਦਾ 14 ਤੇ ਆ ਜਿਹੜਾ ਹੈਗਾ 60 ਬਣ ਗਿਆ ਤੇ ਇਸ ਤੋਂ ਸਮੀਕਰਨ ਜਿਹੜੀ ਬਣ ਗਈ ਸਾਡੇ ਕੋਲ ਉਹ ਬਣ ਗਈ ਹੈ x ਸਕੁਅਰ ਮਾਈਨਸ 7x ਮਾਈਨਸ 60। 0 ਨੂੰ ਕਿਸੇ ਨੰਬਰ ਨਾਲ ਵੀ ਡਿਵਾਈਡ ਕਰ ਦਈਏ ਤਾਂ 0 ਬਣ ਜਾਂਦਾ ਹੈ। ਤੇ ਹੁਣ ਇਹ ਸਾਡੇ ਕੋਲ ਸਿੰਪਲ ਜਿਹੜੀ ਹੈ ਦੋ ਘਾਤੀ ਸਮੀਕਰਨ ਬਣ ਗਈ ਹੈ ਤੇ ਹੁਣ ਇਹਦੀ ਅਸੀਂ ਦੋ ਘਾਤੀ ਫਾਰਮੂਲੇ ਦੇ ਨਾਲ ਇਸ ਦੇ ਰੂਟ ਫਾਈਂਡ ਕਰਨੇ ਹਨ ਤੇ ਇਸ ਲਈ ਇੱਥੇ ਹੇਅਰ ਇੱਥੇ ਤੇ a ਦੇਖਣਾ ਹੈ ਕਿੰਨਾ ਹੈ ਤੇ b ਦੇਖਣਾ ਹੈ ਕਿੰਨਾ ਹੈ ਤੇ c ਦੇਖਣਾ ਹੈ ਕਿੰਨਾ ਹੈ ਤੇ a ਇੱਥੇ x ਸਕੁਅਰ ਦਾ ਜੋ ਗੁਣਾਂਕ ਹੈ ਉਹ ਕਿੰਨਾ ਹੈ 1 ਹੈ, b जो है -7 ਹੈ ਤੇ c जो है -60 ਹੈ। ਤੇ ਹੁਣ ਅਸੀਂ ਦੋ ਘਾਤੀ ਸਮੀਕਰਨ ਨੂੰ ਜੇ ਅਸੀਂ ਦੋ ਘਾਤੀ ਫਾਰਮੂਲੇ ਦੇ ਨਾਲ ਇਸ ਸਮੀਕਰਨ ਨੂੰ ਸੋਲਵ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਡਿਸਕ੍ਰਿਮੀਨੈਂਟ ਦੇਖਦੇ ਹਾਂ। ਡਿਸਕ੍ਰਿਮੀਨੈਂਟ ਇਜ਼ ਇਕੁਅਲ ਟੂ b ਸਕੁਅਰ ਮਾਈਨਸ 4ac ਤਾਂ ਇਹਦੇ ਵਿੱਚ ਜੇ ਵੈਲਿਊਜ਼ ਪੁੱਟ ਕਰ ਦਈਏ -7 ਦਾ ਸਕੁਅਰ ਮਾਈਨਸ 4 ਮਲਟੀਪਲਾਈ a ਕਿੰਨਾ ਹੈ 1 ਹੈ ਮਲਟੀਪਲਾਈ c ਕਿੰਨਾ ਹੈ -60 ਹੈ ਤੇ ਫਿਰ ਇਹਨੂੰ ਸੋਲਵ ਕਰਕੇ ਕਿੰਨਾ ਬਣ ਗਿਆ 7 ਦਾ ਸਕੁਅਰ ਜਿਹੜਾ ਹੈ 49 ਜਿਹੜੇ ਹੈ ਪਲੱਸ ਦੇ ਬਣ ਜਾਣੇ ਹਨ 49 ਤੇ ਜੇ ਇਹਨਾਂ ਨੂੰ ਅਸੀਂ ਮਲਟੀਪਲਾਈ ਕਰੀਏ ਆ ਮਾਈਨਸ ਤੇ ਮਾਈਨਸ ਦੋ ਵਾਰੀ ਮਲਟੀਪਲਾਈ ਕੀਤਾ ਇਹ ਪਲੱਸ ਬਣ ਗਿਆ ਹੈ ਤੇ 1 ਪਹਿਲਾਂ ਹੀ ਪਲੱਸ ਦਾ ਹੈ ਯਾਨੀ ਕਿ ਓਵਰਆਲ ਜੋ ਸਾਈਨ ਇੱਥੇ ਆ ਜਾਊਗਾ ਉਹ ਪਲੱਸ ਦਾ ਆ ਜਾਊਗਾ ਤੇ ਨੰਬਰਸ ਨੂੰ ਫਿਰ ਅਸੀਂ ਮਲਟੀਪਲਾਈ ਕਰ ਦੇਣਾ ਹੈ 60 ਨੂੰ 4 ਦੇ ਨਾਲ ਮਲਟੀਪਲਾਈ ਕਰੀਏ 6 4 ਦਾ 24 ਤੇ ਨਾਲ ਇੱਕ 24 ਦੇ ਨਾਲ ਇੱਕ 0 ਲੱਗ ਗਈ ਹੈ ਇਸ ਬਣ ਗਿਆ ਹੈ ਤੇ ਫਿਰ 49 ਤੇ 249 ਨੂੰ ਜੇ ਜੋੜ ਦਈਏ ਤਾਂ ਬਣ ਗਿਆ 289 ਜਿਹੜਾ ਡਿਸਕ੍ਰਿਮੀਨੈਂਟ ਹੈ ਕਿਉਂਕਿ d ਜਿਹੜਾ 0 ਤੋਂ ਵੱਡਾ ਹੈ ਇਸ ਲਈ ਇਸ ਸਮੀਕਰਨ ਦੇ ਜਿਹੜੇ ਮੂਲ ਹਨ ਉਹ ਸੰਭਵ ਹਨ ਤੇ ਹੁਣ ਫਿਰ ਅਸੀਂ ਉਸ ਸਮੀਕਰਨ ਦੇ ਮੂਲ ਦੇਖਣੇ ਹਨ
इसलिए समीकरण के मूल जिहड़े हैं दो घाती फार्मूला है जाके कोई जिहड़ा वो हुंदा है -b प्लस माइनस डी दा अंडर रूट ओवर 2a तो ये वैल्यूज़ पुट कर देनी हैं माइनस माइनस के नाल बी खुद भी माइनस का है तो -7 प्लस माइनस डी दा अंडर रूट 289 ਇਹਦਾ स्क्वायर रूट तो ओवर 2 मल्टीप्लाई ए कितना है 1 है तो ये बन गया है माइनस माइनस जो दो वाली साइन कटना मल्टीप्लाई हो गया प्लस ही बन गया 7 प्लस माइनस 289 का जो स्क्वायर रूट होंदा है वो कितना होंदा 17 होंदा है तो ओवर 2 तो जे असी प्लस वाली कीमत वैल्यूज लईए असी तो बन गया 7 प्लस 17 ओवर 2 24 ओवर 2 इज इक्वल टू 12 तो जी है वो एक वैल्यू आ गई है 12 तो जो दूई वैल्यू लवांगे तो 7 माइनस 17 ओवर 2 यानी कि -10 ओवर 2 तो -5 आ गई है तो सानू पता है कि किसी भी ट्रायंगल की जो साइड की लेंथ है वो माइनस दे विच नहीं हो सकती इस करके ये वैल्यू नहीं लवांगे असी तो साडे कोल वैल्यू एक्स की वैल्यू आ गई x इज इक्वल टू 20 सेंटीमीटर तो साडे कोलों पुछया गया सी नहीं तो एक तो असी उहदा आधार दसना है तो एक लंब दसना है इसलिए आधार है इसलिए आधार जिहड़ा है यानी कि x जिन्होंने मन्निया सी वो आ गया 12 सेंटीमीटर अते लंब जिहड़ा है या ऊंचाई जिहड़ी है वो बराबर है कितनी है x -7 12 -7 बराबर है 5 सेंटीमीटर ये साडे कोल आंसर आ गया है तो आस है कि वीडियो तुहानूं पसंद आया होगा थैंक यू भाई।